Dear students, today we are going to start a new topic, propagation or combination of errors. Error ਜਿਹੜੀ ਹੈ ਕਿਸ ਤਰ੍ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਜਿਹੜਾ ਹੈ ਪ੍ਰੋਪੇਗੇਟ ਕਰ ਜਾਂਦੀ ਹੈ, ਉਹਦੇ ਬਾਰੇ ਅਸੀਂ ਅੱਜ ਜਿਹੜਾ ਹੈ ਡਿਸਕਸ ਕਰਨ ਜਾ ਰਹੇ ਹਾਂ। ਕੋਈ ਵੀ ਅਸੀਂ ਐਕਸਪੈਰੀਮੈਂਟ ਕਰਦੇ ਹਾਂ, suppose we are doing the experiment on Ohm's law, ਮੰਨ ਲਓ ਅਸੀਂ Ohm's law ਦੇ ਉੱਪਰ ਐਕਸਪੈਰੀਮੈਂਟ ਕਰ ਰਹੇ ਹਾਂ, ਫਿਰ ਸਾਨੂੰ ਜਿਹੜਾ ਹੈ ਪੋਟੈਂਸ਼ੀਅਲ ਦੀ ਵੈਲਿਊ ਫਾਈਂਡ ਆਊਟ ਕਰਨੀ ਪੈਂਦੀ ਹੈ। ਇਹ 10th ਕਲਾਸ ਵਿੱਚ ਪੜਿਆ। ਨਾਲ ਨਾਲ ਅਸੀਂ ਜਿਹੜਾ ਹੈ ਜਿੰਨਾ ਕਰੰਟ ਵਿੱਚ ਫਲੋ ਕਰਦਾ ਹੈ I ਉਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਜਦੋਂ ਪੋਟੈਂਸ਼ੀਅਲ ਨੂੰ ਅਸੀਂ ਮੈਜ਼ਰ ਕੀਤਾ, ਕਰੰਟ ਨੂੰ ਮੈਜ਼ਰ ਕੀਤਾ, ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਰੈਜ਼ਿਸਟੈਂਸ, ਉਸ ਵਾਇਰ ਦੀ ਰੈਜ਼ਿਸਟੈਂਸ ਨਿਕਾਲਦੇ ਹਾਂ R = V/I। ਇਹ ਐਕਸਪੈਰੀਮੈਂਟ ਤੁਸੀਂ 10th ਵਿੱਚ ਪੜਿਆ। ਪਰ ਜਦੋਂ ਅਸੀਂ V ਦੀ ਮੈਜ਼ਰਮੈਂਟ ਕੀਤੀ, V ਅਸੀਂ ਫਾਈਂਡ ਆਊਟ ਕੀਤਾ ਤੇ ਸਾਡੀ V ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਦੀ ਮੈਜ਼ਰਮੈਂਟ ਵਿੱਚ ਕੁਝ ਨਾ ਕੁਝ ਐਰਰ ਜ਼ਰੂਰ ਆਏਗੀ। ਇਹਦੀ ਐਰਰ ਨੂੰ ਅਸੀਂ ਲਿਖਦੇ ਹਾਂ ਡੈਲਟਾ V। ਲਾਸਟ ਲੈਕਚਰ ਅਸੀਂ ਡਿਸਕਸ ਕੀਤਾ ਸੀ ਕਿ ਡੈਲਟਾ ਦਾ ਮਤਲਬ ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ ਪੋਟੈਂਸ਼ੀਅਲ ਡਿਫਰੈਂਸ। ਤੇ ਜਦੋਂ ਅਸੀਂ ਕਰੰਟ ਫਾਈਂਡ ਕਰਦੇ ਹਾਂ, ਇਹਦੇ ਵਿੱਚ ਵੀ ਸਾਡੇ ਕੋਲ ਜਿਹੜੀ ਹੈ ਐਰਰ ਆਏਗੀ, that is absolute error in the measurement of current। ਤੇ ਜੇ V ਦੇ ਵਿੱਚ ਐਰਰ ਆ ਗਈ, ਕਰੰਟ ਦੀ ਮੈਜ਼ਰਮੈਂਟ ਦੇ ਵਿੱਚ ਜਿਹੜੀ ਤੁਹਾਡੀ ਐਰਰ ਆ ਰਹੀ ਹੈ, ਤੇ ਅੰਡਰਸਟੂਡ ਹੈ ਜਦੋਂ ਤੁਸੀਂ ਰੈਜ਼ਿਸਟੈਂਸ ਫਾਈਂਡ ਆਊਟ ਕਰੋਗੇ ਤੇ ਦੋਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਹੈ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਜਿਹੜੀ ਹੈ ਇਹ ਦੋਨਾਂ ਦੀ ਐਰਰ R ਵਿੱਚ ਪ੍ਰੋਪੇਗੇਟ ਕਰੀ ਜਾਏਗੀ। ਇਹਦਾ ਮਤਲਬ ਜਿਹੜੀ R ਹੈ, ਰੈਜ਼ਿਸਟੈਂਸ ਹੈ, ਉਹਦੇ ਵਿੱਚ ਵੀ ਸਾਡੀ ਜਿਹੜੀ ਹੈ ਐਰਰ ਜ਼ਰੂਰ ਆਏਗੀ। ਦਿਸ ਇਜ਼ ਕਾਲਡ propagation or combination of error। combination ਦਾ ਮਤਲਬ ਦੋ ਮੈਜ਼ਰਮੈਂਟ ਨੂੰ ਕੰਬਾਈਨ ਕਰਕੇ ਜਿਹੜਾ ਤੁਸੀਂ ਰਿਜ਼ਲਟ ਬਣਾਇਆ, ਉਸ ਰਿਜ਼ਲਟ ਦੇ ਵਿੱਚ ਵੀ ਸਾਡੀ ਜਿਹੜੀ ਹੈ ਇੱਕ ਫਾਈਨਲ ਐਰਰ ਜਿਹੜੀ ਹੈ ਜ਼ਰੂਰ ਆਏਗੀ। ਇੱਕ ਹੋਰ ਅਸੀਂ ਐਗਜ਼ਾਮਪਲ ਲੈਂਦੇ ਆ। ਮੰਨ ਲਓ ਕਿ ਸਾਡੇ ਕੋਲ ਡੈਂਸਿਟੀ ਹੈ ਕਿਸੇ ਚੀਜ਼ ਦੀ। ਡੈਂਸਿਟੀ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਸਾਡੇ ਕੋਲ, ਸਾਨੂੰ ਪਤਾ ਹੈ ਕਿ ਮਾਸ ਨੂੰ ਅਸੀਂ ਵੋਲਿਊਮ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ। ਜੇ ਮਾਸ ਦੀ ਮੈਜ਼ਰਮੈਂਟ 'ਚ ਐਰਰ ਹੈ, ਵੋਲਿਊਮ ਦੀ ਮੈਜ਼ਰਮੈਂਟ 'ਚ ਐਰਰ ਹੈ, ਤੇ ਡੈਫੀਨੇਟਲੀ ਜਿਹੜੀ ਹੈ ਉਹ ਤੁਹਾਡੀ ਜਿਹੜੀ ਹੈ ਡੈਂਸਿਟੀ ਦੀ ਮੈਜ਼ਰਮੈਂਟ ਵਿੱਚ ਐਰਰ ਜਿਹੜੀ ਹੈ ਉਹ ਜ਼ਰੂਰ ਆਏਗੀ। ਦਿਸ ਇਜ਼ ਕਾਲਡ ਪ੍ਰੋਪੇਗੇਸ਼ਨ ਔਰ combination of errors। now ਇੱਕ ਪੁਆਇੰਟ ਜਿਹੜਾ ਹੈ ਯਾਦ ਕਰਨਾ ਹੈ ਤੁਸੀਂ ਕਿ ਜਿਹੜੀ ਸਾਡੀ ਫਾਈਨਲ ਐਰਰ ਆਂਦੀ ਹੈ, ਫਾਈਨਲ ਐਰਰ ਜਿਸ ਤਰ੍ਹਾਂ ਇੱਥੇ R ਵਿੱਚ ਆਈ, ਫਾਈਨਲ ਐਰਰ ਜਿਹੜੀ ਹੈ ਦੋ ਫੈਕਟਰ ਦੇ ਉੱਪਰ ਡਿਪੈਂਡ ਕਰੇਗੀ। ਇੱਕ ਤੇ ਇੰਡੀਵਿਜੂਅਲ ਮੈਜ਼ਰਮੈਂਟ ਦੇ ਉੱਪਰ, ਜਿਹੜੀ ਤੁਸੀਂ ਆ ਕਲੀਆਂ ਜਿਹੜੀਆਂ ਰੀਡਿੰਗਸ ਲਈਆਂ ਇਹਨਾਂ ਦੇ ਉੱਤੇ ਡਿਪੈਂਡ ਕਰਦੀ ਹੈ, ਤੇ ਦੂਸਰਾ ਕਿਹੜਾ ਵਿੱਚ ਮੈਥਮੈਟੀਕਲ ਆਪਰੇਸ਼ਨ ਤੁਸੀਂ ਅਪਲਾਈ ਕੀਤਾ। ਜਿਸ ਤਰ੍ਹਾਂ ਇਹਦੇ ਵਿੱਚ ਅਸੀਂ ਡਿਵਾਈਡ ਕੀਤਾ, ਫਿਰ ਸਾਡੇ ਕੋਲ ਰੈਜ਼ਿਸਟੈਂਸ ਨਿਕਲਦੀ ਹੈ। ਕਈ ਵਾਰੀ ਸਾਨੂੰ ਜਿਹੜਾ ਹੈ ਮਲਟੀਪਲਾਈ ਕਰਨਾ ਪੈਂਦਾ ਹੈ, ਕਈ ਵਾਰੀ ਸਾਨੂੰ ਫਾਈਨਲ ਰਿਜ਼ਲਟ ਜਿਹੜਾ ਹੈ ਐਡ ਕਰਨਾ ਪੈਂਦਾ ਹੈ, ਜਾਂ ਅਸੀਂ ਮਾਈਨਸ ਕਰ ਸਕਦੇ ਹਾਂ। ਜਿਹੜੀ ਪ੍ਰੋਪੇਗੇਸ਼ਨ ਆਫ ਐਰਰ ਹੈ, ਇਟ ਡਿਪੈਂਡਸ ਅਪਨ ਦਾ ਆਪਰੇਸ਼ਨ, ਜਿਹੜਾ ਮੈਥਮੈਟੀਕਲ ਆਪਰੇਸ਼ਨ ਹੈ ਤੁਸੀਂ ਕਿਹੜਾ ਅਪਲਾਈ ਕਰ ਰਹੇ ਹੋ, ਉਹਦੇ ਉੱਪਰ ਵੀ ਜਿਹੜੀ ਸਾਡੀ ਹੈ ਉਹ ਫਾਈਨਲ ਐਰਰ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ। ਤੇ ਨਾਲੇ ਜਿਹੜੀਆਂ ਇੰਡੀਵਿਜੂਅਲ ਮੈਜ਼ਰਮੈਂਟਸ ਹੈ ਉਹਨਾਂ ਦੀ ਐਰਰ ਦੇ ਉੱਪਰ ਵੀ ਉਹ ਡਿਪੈਂਡ ਕਰਦੀ ਹੈ। ਨਾਓ ਫਸਟ ਆਫ ਆਲ ਅਸੀਂ ਜਿਹੜਾ ਹੈ ਅੱਜ ਜਿਹੜਾ ਪਹਿਲਾ ਟੌਪਿਕ ਇਸ ਦੇ ਅੰਡਰ ਅਸੀਂ ਸਟੱਡੀ ਕਰਾਂਗੇ ਉਹ ਹੈ ਪ੍ਰੋਪੇਗੇਸ਼ਨ ਆਫ ਐਰਰ in addition and subtraction। ਇਹਨਾਂ ਦੋਨਾਂ ਨੂੰ ਅਸੀਂ ਜਿਹੜਾ ਹੈ ਅਲੱਗ-ਅਲੱਗ ਜਿਹੜਾ ਹੈ ਇਹਨਾਂ ਨੂੰ ਆਪਾਂ ਸਟੱਡੀ ਕਰਾਂਗੇ। ਸਭ ਨਾਲੋਂ ਪਹਿਲਾਂ ਜਿਹੜਾ ਹੈ ਅਸੀਂ ਸਟੱਡੀ ਕਰਦੇ ਹਾਂ ਪ੍ਰੋਪੇਗੇਸ਼ਨ ਆਫ ਐਰਰ ਇਨ ਐਡੀਸ਼ਨ। ਐਡੀਸ਼ਨ ਦੇ ਵਿੱਚ ਜਿਹੜੀ ਹੈ ਸਾਡੀ ਐਰਰ ਕਿਸ ਤਰ੍ਹਾਂ ਪ੍ਰੋਪੇਗੇਟ ਕਰਦੀ ਹੈ। ਨਾਓ ਮੰਨ ਲਓ ਸਾਡੇ ਕੋਲ A
एक फिजिकल क्वांटिटी है कोई भी जिन्हों असी मैजर्ड किया, इट इज द मैजर्ड वैल्यू ऑफ ए दी असी जिहड़ी है वैल्यू नोट कर ली। जदों असी ए नू नोट किया रीडिंग लई ए दी, जिस पोटेंशियल लिया या करंट लिया, ए दी जदों असी रीडिंग लई फिर की होया, ए दे अंदर जिहड़ी है एरर आ गई, क्योंकि एरर जिहड़ी है उहदे कई कारण ने कित्थों एरर आ जाती है, कोई रैंडम एरर है, कोई सिस्टमैटिक एरर है। ਇਹਦੀ ਮੈਜ਼ਰਮੈਂਟ ਦੇ ਵਿੱਚ ਜਿਹੜੀ ਸਾਡੀ ਐਰਰ ਆਈ, ਇਟ ਇਜ਼ ਡੈਲਟਾ ਏ। ਇਹ ਇੱਕ ਕੰਪਲੀਟ ਵਰਡ ਹੈ ਡੈਲਟਾ ਏ। ਇਹਨੂੰ ਅਸੀਂ ਪੜ੍ਹਨਾ ਐਰਰ ਇਨ ਦਾ ਮੈਜ਼ਰਮੈਂਟ ਆਫ ਏ, ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ ਏ। ਇਟ ਇਜ਼ ਅ ਐਬਸੋਲੂਟ ਐਰਰ ਇਨ ਏ। ਏ ਦੇ ਵਿੱਚ ਸਾਡੀ ਐਬਸੋਲੂਟ ਐਰਰ ਆ ਗਈ। ਇਟ ਮੀਨਸ ਸਾਡੀ ਜਿਹੜੀ ਹੈ फिजिकल क्वांटिटी ए किहदे इक्वल आ जाएगी, जिहड़ी फिजिकल क्वांटिटी दी जिहड़ी वैल्यू है वो कितनी आएगी, ए प्लस माइनस डेल्टा ए। जिहड़ी फिजिकल क्वांटिटी जिहड़ी असीं ए मैजर कर रहे हां ओदी जिहड़ी है ए ओदी मैजर्ड वैल्यू हो गई, ते प्लस माइनस जिहड़ी है नाल ओदी असीं एरर लगा दिंदे हां। पिछे मैं लास्ट लैक्चर विच आ चीज ऑलरेडी डिस्कस कर चुका है कि जिहड़ी मेन वैल्यू होएगी ए माइनस डेल्टा ए तो लैके ए प्लस डेल्टा ए दे अंदर एक लिमिट सैट हो जाएगी, ओहदे विचकार जिहड़ी है दी वैल्यू लाई करेगी। नाउ सिमिलरली जे असी लिखिए बी, ओ साडे कोल आ गया मैजर्ड वैल्यू कादी हैगी है तुहाडी ऑफ बी, ते डेल्टा बी की चीज है ओहदे विच तुहाडी ओहदी आ गई एब्सोल्यूट एरर। ते साडे कोल फिर जिहड़ी है फिजिकल क्वांटिटी जिहड़ी दूसरी है, जिहड़ी दूसरी फिजिकल क्वांटिटी है वो किस तरह लिखांगे, बी प्लस माइनस डेल्टा बी। दिस इज इक्वेशन नंबर 1। यह साडे कोल इक्वेशन नंबर 2 आ। ਅਸੀਂ दो फिजिकल क्वांटिटीज ਨੂੰ ਮੈਜ਼ਰ ਕਰ ਰਹੇ ਹਾਂ। ਇੱਕ ਫਿजिकल क्वांटिटी A ਹੈ, ਦੂਸਰੀ ਫਿजिकल क्वांटिटी ਸਾਡੀ ਜਿਹੜੀ ਹੈ B। A ਦੀ ਐਰਰ ਡੈਲਟਾ A, B ਦੇ ਵਿੱਚ ਜਿਹੜੀ ਐਰਰ ਆਈ ਡੈਲਟਾ B, ਤੇ ਸਾਡੇ ਆ ਰਿਜ਼ਲਟ ਬਣ ਗਏ 2। ਇਹ ਆ ਗਈ A ਪਲੱਸ ਮਾਈਨਸ ਡੈਲਟਾ A, ਦੂਸਰਾ ਆ ਗਿਆ B ਪਲੱਸ ਮਾਈਨਸ ਡੈਲਟਾ B। ਨਾਓ ਅਸੀਂ ਇੱਕ ਨੰਬਰ ਫਾਈਂਡ ਕਰਨਾ ਹੈ, ਮੈਨੂੰ ਰੱਬ ਕਰਨ ਲੱਗਾ, एक असी नंबर फाइंड आउट करना है जेड़ा हैगा है Z। जेड़ा Z है ए दोनों दा सम है। असी दोनों दी जेड़ी है एडिशन करनी है। नाउ Z इज द सम ऑफ टू मेजरमेंट A ते B। ओ क्वेश्चन नंबर तुहाडी आ गई 3। जे A दे विच एरर है, बी दे विच भी एरर है, ते अंडरस्टूड है साडे कोल जिहड़ी Z है ਇਹਦੇ ਵਿੱਚ ਵੀ ਸਾਡੀ ਫਾਈਨਲ ਐਰਰ ਜ਼ਰੂਰ ਆਏਗੀ। ਮੰਨ ਲਓ ਵੀ ਇਹਦੀ ਜਿਹੜੀ ਐਰਰ ਹੈ ਉਸ ਨੂੰ ਅਸੀਂ ਲਿਖਦੇ ਹਾਂ ਡੈਲਟਾ Z। ਇਟ ਇਜ਼ ਅ ਐਬਸੋਲੂਟ ਐਰਰ ਇਨ Z। ਇਹ ਸਾਡੀ ਐਬਸੋਲੂਟ ਐਰਰ ਆ ਗਈ Z ਵਿੱਚ, ਕਿਉਂਕਿ A ਵਿੱਚ ਐਰਰ, B ਵਿੱਚ ਐਰਰ, ਤੇ ਐਰਰ ਜਿਹੜੀ ਹੈ ਪ੍ਰੋਪੇਗੇਟ ਕਰੇਗੀ ਸਾਡੀ Z ਦੇ ਵਿੱਚ ਵੀ ਜਿਹੜੀ ਸਾਡੀ ਹੈ ਉਹ ਐਰਰ ਜ਼ਰੂਰ ਆਏਗੀ। ਨਾਓ ਇਹ ਇਕੁਏਸ਼ਨ ਜਿਹੜੀ ਹੈ ਨੰਬਰ 3, ਇਹਦੇ ਵਿੱਚ ਅਸੀਂ ਵਿਦਆਊਟ ਐਰਰ ਜਿਹੜੀ ਹੈ ਆਪਾਂ ਲੈ ਰਹੇ ਹਾਂ। ਨਾ ਇਹਦੇ ਅੰਦਰ ਅਸੀਂ Z ਦੀ ਐਰਰ ਲਿਖੀ ਹੈ, ਨਾ A ਦੀ ਤੇ ਨਾ B ਦੀ। ਤੇ ਜੇ ਅਸੀਂ ਇਹਨਾਂ ਨੂੰ ਇਨ ਟਰਮ ਆਫ absolute error, in term of absolute error, ਜੇ ਇਹਨਾਂ ਨੂੰ ਅਸੀਂ absolute error ਦੇ ਵਿੱਚ ਲਿਖੀਏ ਸਾਡੇ ਕੋਲ ਕੀ ਬਣੇਗਾ, Z plus minus delta Z। A ਦੀ error A ਚ ਐਡ ਕਰਤੀ equal to A plus minus delta A, O ਦੀ error ਵਿੱਚ ਐਡ ਕਰਤੀ। ਅੱਗੇ ਕੀ ਆ ਗਿਆ ਸਾਡੇ ਕੋਲ plus
ਅੱਗੇ ਆ ਗਿਆ ਪਲੱਸ ਮਾਈਨਸ ਡੈਲਟਾ b। ਅਸੀਂ ਕੀ ਕੀਤਾ, ਇਹਨਾਂ ਦੀ ਜਿਹੜੀ ਹੈ ਵਿੱਚ ਐਰਰ ਨੂੰ ਅਸੀਂ ਐਡ ਕਰ ਦਿੱਤਾ ਹੈ। ਨਾਓ ਇਨ ਟਰਮ ਆਫ ਐਬਸੋਲੂਟ ਐਰਰ we get z plus minus delta a like this। now ਇਹਨੂੰ ਥੋੜਾ ਜਿਹਾ ਸੋਲਵ ਕਰਨ ਦੀ ਕੋਸ਼ਿਸ਼ ਕਰੀਏ। ਇਹ ਸਾਡੇ ਕੋਲ ਕੀ ਆ ਜਾਏਗਾ, z plus minus delta z equal to a plus b। ਇਹਨਾਂ ਨੂੰ ਅਸੀਂ ਪਹਿਲਾਂ ਇਕੱਠਾ ਕਰ ਲਿਆ, ਬਾਕੀ ਰਹਿ ਗਿਆ plus minus delta a plus minus delta b। a प्लस बी, आगे रह गया प्लस माइनस डेल्टा ए प्लस माइनस डेल्टा बी। नाउ व्हाट इज ए प्लस बी? ए प्लस बी ते साडे कोल की दे इक्वल हैगा, जेड दे इक्वल। साडी इक्वेशन आ जाएगी जेड प्लस माइनस डेल्टा जेड इक्वल टू जेड। ए दी जगह ते साडे कोल जिहड़ा है वो जेड लग गया, प्लस माइनस डेल्टा ए प्लस माइनस डेल्टा बी। नाउ दोनों साइड्स तो जिहड़ा है साडा जिहड़ा z जिहड़ा है विचों कैंसल हो जाएगा एंड वी गेट साडे कोल जिहड़ी है इक्वेशन की बचेगी, ओनली प्लस माइनस डेल्टा z इक्वल टू प्लस माइनस डेल्टा a प्लस माइनस डेल्टा b। यह साडे कोल जिहड़ी है इक्वेशन बची। प्लस माइनस मतलब दोनों साइन लैने हैं। ਇਹਦਾ मतलब ਜਿਹੜੀ z ਵਿੱਚ ਐਬਸੋਲੂਟ ਐਰਰ ਆਈ ਉਹਦੀਆਂ ਜਿਹੜੀਆਂ ਨੇ ਤੁਹਾਡੀਆਂ 4 ਵੈਲਿਊਜ਼ ਹੋਣਗੀਆਂ। z ਦੇ ਵਿੱਚ ਜਿਹੜੀ ਐਬਸੋਲੂਟ ਐਰਰ ਆਈ ਹੈ ਉਹਦੀਆਂ 4 ਵੈਲਿਊਜ਼ ਹੋਣਗੀਆਂ। ਕਿਹੜੀਆਂ ਕਿਹੜੀਆਂ ਧਿਆਨ ਨਾਲ ਦੇਖਣਾ ਹੈ ਬੇਟਾ, ਪਲੱਸ ਡੈਲਟਾ a ਪਲੱਸ ਡੈਲਟਾ b। ਦੋਨੋਂ ਪਾਸੇ ਮੈਂ ਪਹਿਲਾਂ ਪਲੱਸ ਲੈ ਲਿਆ, ਹੁਣ ਮੈਂ ਇਧਰੋਂ ਪਲੱਸ ਲੈ ਰਿਹਾ, इधरों मैं जड़ा है माइनस ले लिया। पहला प्लस 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 माइनस ले लिया। इस तो बाद साडी जड़ी आएगी पॉसिबिलिटी माइनस तो चालू करो, माइनस डेल्टा ए ते साडे कोल केड़ा आएगा प्लस डेल्टा बी ते लास्ट केड़ी आएगी माइनस डेल्टा ए माइनस डेल्टा बी। ए साडे कोल जेड़े ने 4 पॉसिबल केसेस आ गए इन द एब्सोल्यूट एरर ऑफ z। ਇਹ 4 किस तरह ले, प्लस 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 माइनस माइनस प्लस माइनस माइनस। ਇਹ ਸਾਡੇ 4 ਜਿਹੜੇ ਨੇ ਐਬਸੋਲੂਟ ਐਰਰਸ ਆਈਆਂ ਇਨ ਦਾ ਮੈਜ਼ਰਮੈਂਟ ਆਫ ਡੈਲਟਾ z ਦੇ ਵਿੱਚ, ਮਤਲਬ z ਦੀ ਮੈਜ਼ਰਮੈਂਟ ਦੇ ਵਿੱਚ ਇਹ 4 ਪੋਸੀਬਿਲਿਟੀ ਆਈਆਂ। ਪਰ ਅਸੀਂ ਜਦੋਂ ਵੀ ਐਰਰ ਕਾਊਂਟ ਕਰਨੀ ਹੈ ਉਹ ਸਾਡੀ ਹੋਣੀ ਚਾਹੀਦੀ ਹੈ ਮੈਕਸਿਮਮ ਪੋਸੀਬਲ ਐਰਰ ਕਿੰਨੀ ਹੋ ਸਕਦੀ ਹੈ, ਕਿਉਂਕਿ ਅਸੀਂ ਮੈਕਸਿਮਮ ਤੱਕ ਜਾਣਾ ਹੈ ਕਿ ਇਹ ਟੋਟਲ ਸਾਡੀ ਜਿਹੜੀ ਮੈਕਸਿਮਮ ਐਰਰ ਆਏਗੀ। ਇਹਦੇ ਵਿੱਚੋਂ ਦੇਖੋ ਇਹ ਪਲੱਸ ਪਲੱਸ ਵਾਲਾ, ਇਹ ਦੋਨੋਂ ਪਲੱਸ ਹੋ ਰਹੇ ਨੇ, ਇੱਥੇ ਐਰਰ ਜਿਹੜੀ ਐਡ ਹੋ ਰਹੀ ਹੈ। ਇਹ ਵੀ ਸਾਡੇ ਕੋਲ ਜਿਹੜਾ ਹੈ ਮਾਈਨਸ ਮਾਈਨਸ, ਜਦੋਂ ਮਾਈਨਸ ਵਾਲੀ ਟਰਮਸ ਹੁੰਦੀਆਂ ਉਹ ਵੀ ਸਾਡੀਆਂ ਐਡ ਹੋ ਜਾਂਦੀਆਂ। ਇਹਦਾ ਮਤਲਬ ਇਹਨਾਂ ਵਿੱਚੋਂ ਸਾਡੇ ਕੋਲ ਜਿਹੜੀ ਹੈ ਮੈਕਸਿਮਮ ਸਾਡੇ ਕੋਲ ਜਿਹੜੀ ਪੋਸੀਬਲ ਐਬਸੋਲੂਟ एरर केड़ी आई, एक आ जाएगी प्लस डेल्टा ए प्लस डेल्टा बी, दूसरी आ जाएगी माइनस डेल्टा ए माइनस डेल्टा बी। नाउ यू कैन राइट प्लस माइनस असी बाहर पा देने, इकट्ठियां कर दो दोनों नू, डेल्टा ए प्लस डेल्टा बी, क्योंकि जे प्लस लोगे प्लस ते प्लस रहेगा, जे माइनस लोगे आ टर्म माइनस हो जाएगी ते आ भी टर्म जिहड़ी है दोनों माइनस। यह साडा जिहड़ा है मैक्सिमम पॉसिबल एरर्स इन द मेजरमेंट ऑफ z। z दे विच वध तो वध जिहड़ी है इन्नी एरर आएगी एंड देयरफॉर यू कैन राइट प्लस माइनस z इज इक्वल टू लाइक दिस। यह साडा जिहड़ा है फाइनल जिहड़ा है रिजल्ट आ गया। जे a दे विच एरर है डेल्टा a, B ਦੀ ਮੈਜ਼ਰਮੈਂਟ ਵਿੱਚ ਐਰਰ ਹੈ ਡੈਲਟਾ B ਤੇ ਜਿਹੜਾ ਉਹ Z ਆਏਗਾ ਜਦੋਂ ਦੋਨਾਂ ਨੂੰ ਅਸੀਂ ਐਡ ਕਰਾਂਗੇ ਉਹਦੇ ਵਿੱਚ ਜਿਹੜੀ ਐਰਰ ਆਏਗੀ ਉਹ ਕਿੰਨੀ ਆਏਗੀ, ਇਹਨਾਂ ਦੋਨਾਂ ਐਰਰਸ ਦਾ ਜਿਹੜਾ ਹੈ ਤੁਸੀਂ ਸਮ ਕਰ ਲੋਗੇ। ਐਰਰ ਜਿਹੜੀ ਹੈ ਹਮੇਸ਼ਾ ਐਡ ਹੁੰਦੀ ਹੈ, ਮਾਈਨਸ ਕਦੀ ਨਹੀਂ ਹੋਏਗੀ।
ਐਰਰ ਨੂੰ ਹਮੇਸ਼ਾ ਐਡ ਹੀ ਕਰਨਾ ਪਏਗਾ। ਜੇ ਅਸੀਂ ਦੋ ਨੰਬਰ ਐਡ ਕੀਤੇ ਨੇ ਐਰਰ ਤਾਂ ਵੀ ਐਡ ਹੋਏਗੀ। ਤੇ ਨੈਕਸਟ ਟੌਪਿਕ ਮੈਂ ਜਿਹੜਾ ਕਰਨ ਲੱਗਾ ਹੈ ਸਬਟ੍ਰੈਕਸ਼ਨ ਵਾਲਾ, ਉਹਦੇ ਵਿੱਚ ਦੋ ਨੰਬਰ ਨੂੰ ਅਸੀਂ ਜਦੋਂ ਮਾਈਨਸ ਕਰਾਂਗੇ ਤੁਸੀਂ ਦੇਖੋਗੇ ਐਰਰ ਤਾਂ ਵੀ ਜਿਹੜੀ ਹੈ ਹਮੇਸ਼ਾ ਐਡ ਹੀ ਹੁੰਦੀ ਹੈ। ਜੇ ਪਹਿਲੇ ਵਿੱਚ ਐਰਰ ਹੈ ਦੂਸਰੇ ਵਿੱਚ ਐਰਰ ਹੈ ਤੇ ਜਿਹੜਾ ਫਾਈਨਲ ਰਿਜ਼ਲਟ ਹੋਏਗਾ ਉਹਦੇ ਵਿੱਚ ਜਿਹੜੀ ਐਰਰ ਹਮੇਸ਼ਾ ਹੀ ਐਡ ਹੋ ਕੇ ਆਏਗੀ। ਐਰਰ ਘਟਦੀ ਨਹੀਂ ਹੈ, ਐਰਰ ਜਿਹੜੀ ਹੈ ਗਾਂ ਜਿਹੜਾ ਹਮੇਸ਼ਾ ਉਹ ਵਧਦੀ ਜਾਏਗੀ। ਨਾਓ ਦਿਸ ਇਜ਼ ਦਾ ਰਿਜ਼ਲਟ ਜਿਹੜਾ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਹੈ। ਨਾਓ ਇਹ ਰਿਜ਼ਲਟ ਨੂੰ ਤੁਸੀਂ ਆਪਣੇ ਮਾਈਂਡ 'ਚ ਰੱਖੋ ਕਿ ਜਿਹੜੀ ਡੈਲਟਾ Z ਦੀ ਜਿਹੜੀ ਵੈਲਿਊ ਹੋਏਗੀ ਐਰਰ ਦੀ ਉਹ ਆਏਗੀ ਪਲੱਸ ਮਾਈਨਸ, ਸਾਡੇ ਕੋਲ ਆ ਜਾਏਗਾ ਡੈਲਟਾ A ਪਲੱਸ ਡੈਲਟਾ B। ਇਹ ਤੁਹਾਡਾ ਫਾਈਨਲ ਰਿਜ਼ਲਟ ਹੈ ਐਡੀਸ਼ਨ ਵਾਸਤੇ। ਐਡੀਸ਼ਨ ਵਾਸਤੇ ਇਹਦਾ ਫਾਈਨਲ ਰਿਜ਼ਲਟ। ਤੇ ਅਸੀਂ ਅੱਜ ਸਿਰਫ ਥਿਊਰੀ ਪੜਾਂਗੇ। ਨੈਕਸਟ ਲੈਕਚਰ ਦੇ ਵਿੱਚ ਨਾਲ ਇਹਨਾਂ ਦੇ ਜਿਹੜੇ ਨੇ ਇਹਨਾਂ ਦੇ ਰਿਜ਼ਲਟ ਦੇ ਉੱਪਰ ਅਸੀਂ ਨਿਊਮੈਰੀਕਲ ਵੀ ਕਰਨੇ ਨੇ। ਨਾਓ ਪਹਿਲਾ ਰਿਜ਼ਲਟ ਐਡੀਸ਼ਨ ਦੇ ਵਿੱਚ ਸਾਡੀ ਜਿਹੜੀ ਹੈ ਐਰਰ ਹਮੇਸ਼ਾ ਹੀ ਐਡ ਹੋ ਜਾਂਦੀ ਹੈ। ਦਿਸ ਇਜ਼ ਆ ਫਸਟ ਵਨ। ਨਾਓ ਇਸ ਤੋਂ ਬਾਅਦ ਅਸੀਂ ਜਿਹੜਾ ਹੈ ਸੈਕੰਡ ਜਿਹੜਾ ਪਾਰਟ ਕਰ ਲੱਗੇ ਹਾਂ। ਐਡੀਸ਼ਨ ਤੋਂ ਬਾਅਦ ਸਾਡੇ ਕੋਲ ਆ ਗਿਆ ਹਾਂਜੀ ਸਬਸਟ੍ਰੈਕਸ਼ਨ। ਇਹਦੇ ਵਿੱਚ ਮੈਂ ਹੁਣ ਪੂਰਾ ਨਹੀਂ ਲਿਖੂੰਗਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਲਿਖਿਆ ਉਹਦੇ ਅਕੋਰਡਿੰਗ ਤੁਸੀਂ ਆਪ ਇਹ ਆਰਟੀਕਲ ਤੁਸੀਂ ਆਪ ਟਰਾਈ ਕਰਨਾ ਹੈ। ਫੋਰ ਐਗਜ਼ਾਮਪਲ ਮੰਨ ਲਓ ਇੱਕ ਨੰਬਰ ਹੈ A ਜਿਹਨੂੰ ਮੈਜ਼ਰ ਕੀਤਾ, ਦੂਸਰੀ ਹੈ B ਤੇ ਦੋਨਾਂ ਦਾ ਜਿਹੜਾ ਡਿਫਰੈਂਸ ਹੈ it will be equal to A minus B. What is A? Measurement of A physical quantity. What is B? ਜਿਹੜੀ ਦੂਸਰੀ ਫਿਜ਼ੀਕਲ ਕੁਆਂਟੀਟੀ ਹੈ ਉਹਦੀ ਮੈਜ਼ਰਮੈਂਟ ਆ ਗਈ। ਉਸ ਤੋਂ ਬਾਅਦ ਅਸੀਂ ਕੀ ਪੜਿਆ ਸੀ ਕਿ A ਹੈ ਇਹਦੇ ਵਿੱਚ ਵੀ ਐਰਰ ਆਏਗੀ, ਜਿਹੜੀ B ਹੈ ਇਹਦੇ ਵਿੱਚ ਵੀ ਐਰਰ ਆਏਗੀ ਤੇ ਅੰਡਰਸਟੂਡ ਹੈ ਫਿਰ ਜਿਹੜਾ ਸਾਡਾ Z ਹੈ ਦੋਨਾਂ ਦਾ ਡਿਫਰੈਂਸ ਇਹਦੇ ਵਿੱਚ ਵੀ ਸਾਡੀ ਜਿਹੜੀ ਹੈ ਐਰਰ ਨੇ ਆਣਾ ਹੀ ਆਣਾ ਡਿਊ ਟੂ ਪ੍ਰੋਪੇਗੇਸ਼ਨ ਆਫ ਐਰਰ। ਇਹ ਸਾਡੀ ਪਹਿਲੀ ਇਕੁਏਸ਼ਨ ਹੋ ਗਈ ਵਿਦਆਊਟ ਐਰਰ। ਤੇ ਜੇ ਇਹਨਾਂ ਦੀ ਵਿੱਚ ਅਸੀਂ ਐਰਰ ਲਗਾ ਦਈਏ ਨਾਲ ਤੇ ਸਾਡੇ ਕੋਲ ਕੀ ਆਏਗਾ Z ਪਲੱਸ ਮਾਈਨਸ ਡੈਲਟਾ Z। ਇਹ ਵਿੱਚ ਐਰਰ ਉਹਦੀ ਇਨਕਲੂਡ ਕਰ ਦਿੱਤੀ, ਇਹਦੇ ਵਿੱਚ A ਦੀ ਐਰਰ ਇਨਕਲੂਡ ਕਰ ਦੋ, ਸਾਡੇ ਕੋਲ ਆ ਗਿਆ ਡੈਲਟਾ A। ਐ ਕੀ ਇੱਥੇ ਸਾਈਨ ਮਾਈਨਸ ਦਾ ਹੈ, ਪਿਛਲੀ ਵਾਰੀ ਇੱਥੇ ਸਾਈਨ ਜਸਟ ਸੀਗਾ ਪਲੱਸ ਦਾ। ਨਾਓ ਇੱਥੇ ਆ ਜਾਏਗਾ ਸਾਡੇ ਕੋਲ B, ਅੱਗੇ ਆ ਜਾਏਗਾ ਪਲੱਸ ਮਾਈਨਸ ਡੈਲਟਾ B। ਇਹ ਸਾਡੀ ਜਿਹੜੀ ਹੈ ਇਨ ਟਰਮ ਆਫ, ਮੈਂ ਪਿੱਛੇ ਲਿਖਿਆ ਸੀ ਇਨ ਟਰਮ ਆਫ ਐਬਸੋਲੂਟ ਐਰਰ, ਉਹਦੇ ਵਿੱਚ ਸਾਡੀ ਇਹ ਇਕੁਏਸ਼ਨ ਜਿਹੜੀ ਹੈ ਉਹ ਬਣ ਚੁੱਕੀ ਹੈ। ਨਾਓ Z ਪਲੱਸ ਮਾਈਨਸ ਡੈਲਟਾ Z ਇਜ਼ ਇਕੁਅਲ ਟੂ, ਪਹਿਲਾਂ ਅਸੀਂ ਇਹ ਬ੍ਰੈਕਟ ਖੋਲ ਦਿੰਨੇ ਆ, ਪਹਿਲਾਂ ਅਸੀਂ ਦੇਖਾਂਗੇ A, ਇਧਰੋਂ ਸਾਡੇ ਕੋਲ ਆ ਜਾਏਗਾ ਮਾਈਨਸ B, ਇਹਨੂੰ ਅਸੀਂ ਇਕੱਠਾ ਕਰ ਲਿਆ। ਇਹ ਇਕੱਠਾ ਇਸ ਕਰਕੇ ਕੀਤਾ ਹੈ ਕਿਉਂਕਿ A ਮਾਈਨਸ B ਸਾਡਾ ਜਿਹੜਾ ਹੈ ਉਹ Z ਬਣ ਜਾਏਗਾ। ਪਿਛਲੀ ਵਾਰੀ ਵੀ ਅਸੀਂ A ਪਲੱਸ B ਲਿਖਿਆ ਸੀ ਇੱਥੇ। ਨਾਓ ਉਸ ਤੋਂ ਬਾਅਦ ਪਲੱਸ ਮਾਈਨਸ ਸਾਡੇ ਕੋਲ ਆ ਗਿਆ ਡੈਲਟਾ A, ਪਰ ਜਦੋਂ ਇਹ ਬਾਹਰ ਮਾਈਨਸ ਹੈ, ਜਦੋਂ ਅਸੀਂ ਬ੍ਰੈਕਟ ਖੋਲਾਂਗੇ ਤੇ ਸਾਡੇ ਕੋਲ ਇਹ ਸਾਈਨ ਜਿਹੜੇ ਨੇ ਉਲਟ ਹੋ ਜਾਣਗੇ, ਉੱਪਰ ਆ ਜਾਏਗਾ ਮਾਈਨਸ, ਨੀਚੇ ਆ ਜਾਏਗਾ ਕੀ ਪਲੱਸ, ਸਾਡੇ ਕੋਲ ਆ ਗਿਆ ਡੈਲਟਾ B। ਨਾਓ ਦਿਸ ਇਜ਼, ਹਾਂਜੀ ਇਹ ਕਲੀਅਰ ਹੋਣਾ ਚਾਹੀਦਾ ਹੈ। ਬਾਹਰ ਮਾਈਨਸ ਹੈ, ਬ੍ਰੈਕਟ ਖੋਲੇਗੀ ਤੇ ਸਾਈਨ ਉਲਟ ਹੋ ਜਾਣਗੇ, ਉੱਪਰ ਮਾਈਨਸ ਆ ਗਿਆ, ਨੀਚੇ ਸਾਡਾ ਚਲਾ ਗਿਆ ਪਲੱਸ ਦਾ ਸਾਈਨ। ਨਾਓ ਵਾਟ ਇਜ਼ A ਮਾਈਨਸ B, ਇੱਥੇ ਆ ਜਾਏਗਾ Z ਪਲੱਸ ਮਾਈਨਸ ਡੈਲਟਾ Z ਇਜ਼ ਇਕੁਅਲ ਟੂ, ਸਾਡੇ ਕੋਲ ਆ ਗਿਆ Z ਪਲੱਸ ਮਾਈਨਸ ਡੈਲਟਾ A ਮਾਈਨਸ ਪਲੱਸ ਸਾਡੇ ਕੋਲ ਆ ਗਿਆ ਡੈਲਟਾ B। Z ਦੇ ਨਾਲ Z ਕੈਂਸਲ, ਪਲੱਸ ਮਾਈਨਸ ਡੈਲਟਾ Z ਕਿਹਦੇ ਇਕੁਅਲ ਆਏਗਾ, ਇਟ ਵਿਲ ਬੀ ਇਕੁਅਲ ਟੂ ਪਲੱਸ ਮਾਈਨਸ ਡੈਲਟਾ A ਮਾਈਨਸ ਪਲੱਸ ਸਾਡੇ ਕੋਲ ਆ ਗਿਆ ਡੈਲਟਾ B ਦੇ ਇਕੁਅਲ ਆ ਗਿਆ। ਹਾਂਜੀ ਇਹ ਬਿਲਕੁਲ ਉਸੇ ਤਰੀਕੇ ਨਾਲ ਹੀ ਆਰਟੀਕਲ ਹੈ ਜਿਸ ਤਰ੍ਹਾਂ ਤੁਸੀਂ ਜਿਹੜਾ ਹੈ ਐਡੀਸ਼ਨ ਦੇ ਵਿੱਚ ਕੀਤਾ ਹੈ। ਨਾਓ ਇਹਦੇ ਵੀ ਸਾਡੇ ਕੋਲ 4 ਪੋਸੀਬਲ ਕੇਸਿਸ ਬਣਨਗੇ। ਉਹ ਕਿਹੜੇ ਕਿਹੜੇ ਕੇਸ ਹੋਣਗੇ ਐਰਰ ਦੇ, ਸਾਡੇ ਕੋਲ 4 ਪੋਸੀਬਲ ਕੇਸਿਸ ਆਫ ਐਰਰਸ। ਹਾਂਜੀ ਕਿਹੜੇ ਕਿਹੜੇ ਹੋਣਗੇ ਇੱਥੋਂ ਤੁਸੀਂ ਬਣਾਓ।
पहला प्लस लैके चलो, प्लस डेल्टा ए, इधरों किहड़ा आएगा पहला माइनस डेल्टा बी, फिर इधरों लो प्लस डेल्टा ए, इधरों किहड़ा लोगे प्लस डेल्टा बी, इधरों होना आएगा साडा माइनस डेल्टा ए, उधरों पहला किहड़ा आया माइनस डेल्टा बी, इधरों साडे कोल माइनस डेल्टा ए प्लस साडे कोल आ गया डेल्टा बी। अगेन वी गेट 4 पॉसिबल एरर्स, साडे कोल 4 एरर्स फिर दोबारा आ गई। ਇਹਦੇ ਵਿੱਚੋਂ ਹੁਣ ਮੈਕਸਿਮਮ ਐਰਰ ਕਿਹੜੀ ਹੈ ਉਹ ਫਾਈਂਡ ਕਰਦੇ ਆਂ। ਇਹ ਪਲੱਸ ਮਾਈਨਸ ਇਹ ਤੇ ਗਲਤ ਹੋ ਗਈ, प्लस प्लस ए भी मैक्सिमम, माइनस माइनस ए भी मैक्सिमम, आगे लिखांगे साडे कोल मैक्सिमम पॉसिबल एरर्स इन जेड। हाँ जी, जेड विच मैक्सिमम पॉसिबल एरर केड़ी आएगी, दैट विल बी इक्वल टू बाहर असी इकट्ठा ही प्लस माइनस लगा देंगे, ब्रैकेट दे विच आ जाएगा डेल्टा ए प्लस डेल्टा बी। सेम रिजल्ट सारा देखो आया, एक आ पॉसिबल है मैक्सिमम, एक आ वाली है, प्लस प्लस माइनस माइनस असी इकट्ठा ही करता, प्लस माइनस बाहर लगाता, डेल्टा ए प्लस डेल्टा बी। जे प्लस लोगे प्लस डेल्टा ए प्लस डेल्टा बी, जे माइनस लोगे जो ब्रैकेट खोलोगे माइनस डेल्टा ए माइनस डेल्टा बी। ਇਹ ਤੁਹਾਡੇ ਜਿਹੜੇ मैक्सिमम पॉसिबल एरर ਤੁਹਾਡੀ आ गई इन द मेजरमेंट ऑफ जेड। ਇਹਦਾ मतलब की होया, ਭਾਵੇਂ ਸਬਟ੍ਰੈਕਸ਼ਨ ਹੈ ਤੇ ਭਾਵੇਂ ਜਿਹੜੀ ਹੈ ਐਡੀਸ਼ਨ, ਇਹਨਾਂ ਦੋਨਾਂ ਦੇ ਲਈ ਸਾਡੇ ਕੋਲ ਮੈਕਸਿਮਮ ਪੋਸੀਬਲ ਐਰਰ ਨਿਕਾਲਣ ਦਾ ਸਾਡਾ ਸੇਮ ਫਾਰਮੂਲਾ ਹੋਏਗਾ। ਦੋ ਨੰਬਰਾਂ ਨੂੰ ਐਡ ਕਰੋ, ਭਾਵੇਂ ਦੋ ਨੰਬਰਾਂ ਨੂੰ ਸਬਟ੍ਰੈਕਟ ਕਰੋ, ਉਹਨਾਂ ਦੀ ਜਿਹੜੀ ਐਰਰਸ ਹੋਏਗੀ ਹਮੇਸ਼ਾ ਹੀ ਐਡ ਹੋ ਜਾਏਗੀ। therefore always keep in mind the first result। ਇਹ ਸਾਡਾ ਜਿਹੜਾ ਸੀਗਾ ਪਹਿਲਾ ਸਾਡਾ ਰਿਜ਼ਲਟ ਆ ਗਿਆ ਕਿ ਸਬਟ੍ਰੈਕਸ਼ਨ ਤੇ ਐਡੀਸ਼ਨ ਦੇ ਵਿੱਚ ਜਿਹੜੀ ਐਰਰ ਹੈ ਹਮੇਸ਼ਾ ਹੀ ਸਾਡੀ ਉਹ ਐਡ ਹੋ ਜਾਂਦੀ ਹੈ। ਇੱਕ ਅਸੀਂ ਹੁਣ ਕਰਨ ਲੱਗੇ ਆ ਮਲਟੀਪਲੀਕੇਸ਼ਨ। ਤੇ ਜਿਹੜੀ ਹੈ ਡਿਵੀਜ਼ਨ ਵਾਲਾ ਜਿਹੜਾ ਹੈ ਪਾਰਟ ਅਸੀਂ ਉਹ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੇ। ਨਾਓ ਮਲਟੀਪਲੀਕੇਸ਼ਨ, ਦੋ ਨੰਬਰਾਂ ਦੀ ਮਲਟੀਪਲੀਕੇਸ਼ਨ। ਕਿਹੜੇ ਦੋ ਨੰਬਰ? ਮੰਨ ਲਓ ਫਸਟ ਮੈਜ਼ਰਮੈਂਟ A, ਸੈਕੰਡ ਜਿਹੜੀ ਕੀਤੀ ਉਹ ਸਾਡੀ ਹੈ B, ਤੇ ਸਾਡੇ ਕੋਲ ਜਿਹੜੀ ਮਲਟੀਪਲੀਕੇਸ਼ਨ ਆਈ Z, ਉਹ ਕਿੰਨੀ ਆਈ? A ਨੂੰ ਅਸੀਂ B ਦੇ ਨਾਲ ਜਿਹੜਾ ਹੈ ਮਲਟੀਪਲਾਈ ਕਰ ਦਿੱਤਾ। ਨਾਓ पहली मेजरमेंट A, दूसरी मेजरमेंट साडी B है, तो देयरफॉर Z किदे कोल आ गया A मल्टीप्लाई बाय B। नाउ जदों A नू मेजर कीता ओदे विच ओदी एरर आएगी, ओनू बोलांगे डेल्टा A। जदों B नू असी मेजर कीता ओदे विच ओदी एरर आएगी, दैट विल बी योर डेल्टा B। जे दोनों नू असी मल्टीप्लाई कर दांगे ते एरर जिहड़ी है वो प्रोपिगेट कर जाएगी इन द Z, ਉਹ Z ਵਿੱਚ ਵੀ ਚਲੀ ਜਾਏਗੀ। ਹੁਣ Z ਵਿੱਚ ਕਿੰਨੀ ਐਰਰ ਆਏਗੀ ਉਹਦਾ ਅਸੀਂ ਹੁਣ ਜਿਹੜਾ ਹੈ ਫਾਰਮੂਲਾ ਡਰਾਈਵ ਕਰਨ ਜਾ ਰਹੇ ਹਾਂ। ਨਾਓ ਇਨ ਟਰਮ ਆਫ ਐਬਸੋਲੂਟ ਐਰਰ, ਐਬਸੋਲੂਟ ਐਰਰ ਵਿੱਚ ਇਕੁਏਸ਼ਨ ਕੀ ਬਣੇਗੀ? ਸਾਡੇ ਕੋਲ ਆ ਜਾਏਗਾ Z ਪਲੱਸ ਮਾਈਨਸ ਡੈਲਟਾ Z, ਉਹਦੀ ਐਰਰ ਵਿੱਚ ਕਰ ਦਿੱਤੀ। ਇਹਦੇ ਵਿੱਚ ਆ ਜਾਏਗਾ A प्लस माइनस साढ़े को आ जाएगा डेल्टा ए, नाल आ गया विच मल्टीप्लाई का निशान, इधरों आ गया B प्लस माइनस डेल्टा बी। जेड़ी एरर है ओनू ओदे विच ऐड कर दी है नाल। नाउ Z प्लस माइनस डेल्टा Z इज इक्वल टू, हुण A नू पहला असी B दे नाल मल्टीप्लाई कर लेने आ, A इंटू B। हुण इत्थे मल्टीप्लाई का निशान है, ध्यान रखना है। A मल्टीप्लाई बाय B, वी गेट A इंटू B। हुण जिहड़ी वारी है A नू ए दे नाल असी मल्टीप्लाई करांगे। सब नाल पहला की करदे आ, एक इत्थे स्टैप कर लेने आ, A नू पहला विचों बाहर निकाल लो,
पहला ए विचों कॉमन निकाल लेंगे। ए बाहर निकालिया, साडे कोल आ गया 1 प्लस माइनस डेल्टा ए ओवर ए। यह ध्यान रखना है, ए वाला जिहड़ा ए है यह कॉमन नहीं निकलेगा, यह एक सिंगल टर्म है। यह डेल्टा ते ए वखरे वखरे नहीं है। जिस तरह देखो साडे कोल 2 होवे प्लस इत्थे 3 2 है, साडे कोल मान लो इत्थे साडे कोल 2 इंटू 3, ते जे असीं 2 कॉमन कढदे हां ते आ 2 नहीं बाहर आएगा क्योंकि यह एक सिंगल टर्म है 23। यह 2 बाहर विचों नहीं निकल सकता। सिमिलरली साडे कोल जिहड़ा है डेल्टा ए, इहनूं की पढ़दे हां एब्सोल्यूट एरर। इहनूं पढ़न दा तरीका ही एब्सोल्यूट एरर है। ते इहदा मतलब जे ए मैं इचों कॉमन कढिया, इत्थे ते 1 रह गया, ते प्लस माइनस जिहदे कोल ए है ही नहीं उहदे नाल थल्ले की करांगे असीं डिवाइड, मल्टीप्लाई करके देखो a इंटू 1 a, तो जो a नूं इहदे नाल मल्टीप्लाई करोगे तो a ना a कैंसल, साडे कोल आ चीज आ जाएगी। नाउ फिर मल्टीप्लाई दा निशान, इहदे विचों भी असीं जिहड़ा है b नूं बाहर निकाल लिया, साडे कोल रह गया 1 प्लस माइनस साडे कोल आ गया डेल्टा b डिवाइडेड बाय b। व्हाट इज ए मेजर्ड वैल्यू, व्हाट इज डेल्टा a, एब्सोल्यूट एरर। यह दोनों चीजां डिफरेंट ने, ए ना ए कैंसल नहीं कर देना। कई स्टूडेंट इन्हू कैंसल कर देंगे भी ए ना ए कैंसल हो गया, नो, ए एब्सोल्यूट एरर, इट इज अ मेजर्ड वैल्यू। नाउ नेक्स्ट की आ गया z प्लस माइनस डेल्टा z विल बी इक्वल टू a इंटू बी। एस तुसी पहला लिख लिया, इनू ब्रैकेट च पा लो a इंटू बी। बाकी साडे कोल रह गया 1 प्लस माइनस डेल्टा a ओवर a, नाल रह गया 1 प्लस माइनस डेल्टा b ओवर b। ए मल्टीप्लाई हो गए। नाउ व्हाट इज a इंटू b, a इंटू b की वैल्यू कितनी है z। नाउ z प्लस माइनस साडे कोल की आ गया, इधर आ गया डेल्टा z, इधर भी आ गया साडे कोल z। 1 प्लस माइनस डेल्टा a ओवर a ते 1 प्लस माइनस डेल्टा b ओवर b। यह साडी इक्वेशन तैयार होगी। a इंटू b की जगह ते असीं जिहड़ा है वो z लगा दिता है। नाउ ਇਹਦੇ ਵਿੱਚੋਂ ਵੀ ਅਸੀਂ z ਨੂੰ ਬਾਹਰ ਨਿਕਾਲ ਲੈਂਦੇ ਆ। z ਜਦੋਂ ਬਾਹਰ ਆਏਗਾ 1 ਪਲੱਸ ਮਾਈਨਸ ਸਾਡੇ ਕੋਲ ਕੀ ਆ ਜਾਏਗਾ ਡੈਲਟਾ z ਓਵਰ ਸਾਡੇ ਕੋਲ ਆ ਗਿਆ z। ਜਦੋਂ ਇਹਦੇ ਚੋਂ z ਬਾਹਰ ਨਿਕਾਲਿਆ 1 ਪਲੱਸ ਮਾਈਨਸ ਡੈਲਟਾ z ਓਵਰ z इज इक्वल टू, इधर भी z है, नाल आ गया 1 प्लस माइनस डेल्टा a ओवर a, ते नेक्स्ट जिहड़ी ब्रैकेट है 1 प्लस माइनस डेल्टा b ओवर b। नाउ z दे नाल जिहड़ा है हुण z जिहड़ा है वो कैंसिल होगा क्योंकि फैक्टर बन गए। आ एक फैक्टर है, आ भी साडे को फैक्टर है, z नाल z कैंसल, वी गेट 1 प्लस माइनस साडे कोल आ गया डेल्टा z ओवर z इज इक्वल टू 1 प्लस माइनस डेल्टा a ओवर a, नाल ही आ गया 1 प्लस माइनस डेल्टा b ओवर b। ए नाल दे नाल तुसी जिहड़ा है नोट भी कर सकते हो। हुण असीं जिहड़ी है इहदी ब्रैकेट खोलांगे। नाउ 1 प्लस माइनस डेल्टा z ओवर z किहदे इक्वल आ गया 1 इंटू 1 1, 1 ਨੂੰ ਜਿਹੜਾ ਇਹਦੇ ਨਾਲ ਮਲਟੀਪਲਾਈ ਕਰੋ ਪਲੱਸ ਮਾਈਨਸ ਡੈਲਟਾ b ਓਵਰ b। ਹੁਣ ਇਹਦੀ ਵਾਰੀ ਹੈ ਪਲੱਸ ਮਾਈਨਸ ਡੈਲਟਾ a ਓਵਰ a। ਹੁਣ ਅਸੀਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਪਲੱਸ ਮਾਈਨਸ ਡੈਲਟਾ a ਓਵਰ a ਇਨਟੂ ਡੈਲਟਾ b ਓਵਰ b। ਜਿਸ ਤਰ੍ਹਾਂ ਅਸੀਂ ਮਲਟੀਪਲਾਈ ਤੁਸੀਂ 10th ਕਲਾਸ ਚ ਪੜ੍ਹਿਆ ਹੀ ਹੈ, पहला ए दी दोनों नाल मल्टीप्लाई करोगे, फिर इन्हां नूं भी दोनों दे नाल मल्टीप्लाई करोगे, साडे कोल 4 टर्म्स साडे कोल जिहड़ियां आ गईयां। नाउ 1 ते 1 जिहड़ा है साडे कोल कैंसल हो गया, वी गेट प्लस माइनस डेल्टा z ओवर z, वी गेट प्लस माइनस डेल्टा z ओवर z इज इक्वल टू प्लस माइनस डेल्टा b ओवर b प्लस माइनस डेल्टा a ओवर a प्लस माइनस डेल्टा a ओवर a मल्टीप्लाई बाय डेल्टा b ओवर b। इत्थों तक साडे कोल जिहड़ा है वो रिजल्ट आ गया। नाउ डेल्टा a ओवर a, ध्यान नाल देखना, डेल्टा a ओवर a एक वेरी स्मॉल नंबर है। देखो जिस तरह ऊपर एरर थले मेजर्ड वैल्यू,
ਜਿਸ ਤਰ੍ਹਾਂ ਉੱਪਰ ਐਰਰ ਆ ਗਈ 0.01 ਤੇ ਥੱਲੇ ਸਾਡੇ ਕੋਲ ਮੰਨ ਲਓ ਵੀ ਉਹਦੀ ਜਿਹੜੀ ਮੈਜ਼ਰਡ ਵੈਲਿਊ ਹੈ ਇੰਨੀ ਹੈ, ਇਹ ਉਹਦੀ ਐਰਰ ਆ ਗਈ। ਉੱਪਰ ਨੰਬਰ ਘੱਟ ਹੋਵੇ, ਡਿਨੋਮੀਨੇਟਰ ਜ਼ਿਆਦਾ ਹੋਵੇ ਤੇ ਇਹ ਨੰਬਰ ਜਿਹੜਾ ਹੈ ਇਟ ਇਜ਼ ਸਮਾਲ। ਜੇ ਐਰਰ ਡਿਵਾਈਡਡ ਬਾਈ ਮੈਜ਼ਰਡ ਵੈਲਿਊ ਜਿਹਨੂੰ ਅਸੀਂ ਬੋਲਦੇ ਹਾਂ ਫ੍ਰੈਕਸ਼ਨਲ ਐਰਰ, ਇਹ ਸਮਾਲ ਹੈ ਤੇ ਇਹ ਵੀ ਨੰਬਰ ਜਿਹੜਾ ਹੈ ਸਮਾਲ, ਇਟ ਇਜ਼ ਆਲਸੋ ਫ੍ਰੈਕਸ਼ਨਲ ਐਰਰ ਇਨ ਬੀ। ਤੇ ਜੇ ਇਹਨਾਂ ਦੋਨਾਂ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ ਤੇ ਸਾਡਾ ਰਿਜ਼ਲਟ ਹੋਰ ਛੋਟਾ ਹੋ ਜਾਏਗਾ। ਫੋਰ ਐਗਜ਼ਾਮਪਲ ਮੰਨ ਲਓ ਇਹ ਸਾਡੇ ਕੋਲ 1/3 ਇਟ ਇਜ਼ ਲੈਸ ਦੈਨ 1 ਤੇ ਜੇ ਇਹ ਸਾਡੀ 1/4 ਹੈ ਤੇ ਮਲਟੀਪਲਾਈ ਕਰਕੇ ਸਾਡੇ ਕੋਲ ਆ ਜਾਏਗਾ 1/12। ਜਿੰਨਾ ਡਿਨੋਮੀਨੇਟਰ ਵੱਡਾ ਹੋਏਗਾ ਓਨਾ ਸਾਡਾ ਜਿਹੜਾ ਆਨਸਰ ਹੈ ਉਹ ਲੈਸ ਦੈਨ ਸਾਡਾ ਜਿਹੜਾ ਉਹ 1 ਤੋਂ ਛੋਟਾ ਹੁੰਦਾ ਜਾਏਗਾ। ਇਹਦਾ ਮਤਲਬ ਜੇ ਆ ਸਮਾਲ ਹੈ ਤੇ ਆ ਵੀ ਸਮਾਲ ਹੈ ਤੇ ਦੋ ਸਮਾਲ ਨੰਬਰ ਨੂੰ ਅਸੀਂ ਮਲਟੀਪਲਾਈ ਕਰਾਂਗੇ ਤੇ ਦੈਨ ਵੀ ਗੈਟ ਸਾਡੇ ਕੋਲ ਮੋਰ ਸਮਾਲ ਨੰਬਰ, ਇਹ ਹੋਰ ਛੋਟਾ ਹੋ ਜਾਏਗਾ। ਇਸ ਕਰਕੇ ਇਹਨੂੰ ਜਿਹੜਾ ਹੈ ਇਥੋਂ ਅਸੀਂ ਨੈਗਲੈਕਟ ਕਰ ਦਾਂਗੇ। ਇੱਥੇ ਲਾਈਨ ਲਿਖਣੀ ਹੈ ਤੁਸੀਂ, ਨੈਗਲੈਕਟਿੰਗ ਡੈਲਟਾ A ਓਵਰ A into delta B over B because it is very very small। ਇਹ ਲਾਈਨ ਤੁਸੀਂ ਲਿਖ ਲਿਓ, ਸਾਡੇ ਕੋਲ ਆ ਜਾਏਗਾ ਡੈਲਟਾ Z ਓਵਰ Z is equal to plus minus delta B over B plus minus delta A over A। ਇਹ ਚੀਜ਼ ਵਿੱਚੋਂ ਅਸੀਂ ਨੈਗਲੈਕਟ ਕਰਦੇ। ਇਹਦੇ ਵੀ ਸਾਡੇ ਕੋਲ ਜਿਹੜੇ ਨੇ 4 ਪੋਸੀਬਲ ਕੇਸਿਸ ਆਣਗੇ, ਪਲੱਸ 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 ਮਾਈਨਸ ਮਾਈਨਸ ਪਲੱਸ ਮਾਈਨਸ ਮਾਈਨਸ। ਤੇ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਹੈ ਸਾਡੀ ਮੈਕਸਿਮਮ ਜਿਹੜੀ ਪੋਸੀਬਲ ਐਰਰ ਹੋਏਗੀ that will be given by ਪਲੱਸ ਮਾਈਨਸ ਅਸੀਂ ਬਾਹਰ ਨਿਕਾਲ ਦਾਂਗੇ ਤੇ ਸਾਡੇ ਕੋਲ ਕੀ ਆਏਗਾ ਡੈਲਟਾ A ਓਵਰ A, ਇਹਨੂੰ ਪਹਿਲਾਂ ਲਿਖ ਲਿਆ, ਪਲੱਸ ਸਾਡੇ ਕੋਲ ਆ ਜਾਏਗਾ ਡੈਲਟਾ B ਓਵਰ B। This is the maximum possible error in the measurement of Z। ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਕਿ ਸਾਡੇ ਕੋਲ ਜਦੋਂ ਵੀ ਪ੍ਰੋਡਕਟ ਹੈ, ਦੋ ਨੰਬਰਾਂ ਦੀ ਅਸੀਂ ਪ੍ਰੋਡਕਟ ਕਰੀਏ ਤਾਂ ਸਾਡੇ ਕੋਲ ਜਿਹੜੀ ਐਰਰ ਆਏਗੀ Z ਦੇ ਵਿੱਚ ਉਹ ਫ੍ਰੈਕਸ਼ਨਲ ਐਰਰ ਆਏਗੀ। that will be your fractional error। ਇਹ ਲਾਸਟ ਲੈਕਚਰ ਡਿਸਕਸ ਕੀਤਾ ਹੈ, ਐਬਸੋਲੂਟ ਐਰਰ ਡਿਵਾਈਡਡ ਬਾਈ ਇਟਸ ਮੈਜ਼ਰਡ ਵੈਲਿਊ। ਇਹ ਰਿਜ਼ਲਟ ਜਿਹੜਾ ਹੈ ਹੁਣ ਪਿਛਲੇ ਐਡੀਸ਼ਨ ਤੇ ਸਬਟ੍ਰੈਕਸ਼ਨ ਨਾਲੋਂ ਜਿਹੜਾ ਹੈ ਤੁਹਾਡਾ ਡਿਫਰੈਂਟ ਆਇਆ ਹੈ। ਨਾਓ ਵੀ ਗੈਟ ਦੀ ਫ੍ਰੈਕਸ਼ਨਲ ਐਰਰ in term of Z, it is delta A over A plus delta B over B। now next lecture ਦੇ ਵਿੱਚ ਜਿਹੜੇ ਨੇ ਅਸੀਂ ਡਿਵੀਜ਼ਨ ਵਾਲਾ ਜਿਹੜਾ ਹੈ ਆਰਟੀਕਲ ਸਾਡਾ ਰਹਿੰਦਾ ਹੈ ਉਹਨੂੰ ਡਿਸਕਸ ਕਰਾਂਗੇ।